ਪੰਜਾਬ ਦੇ ਪਾਣੀ ਦੇ ਖਾਤਮੇ ਦੀ ਕਹਾਣੀ ਬੜੀ ਪੇਚੀਦਾ ਹੈ ਡੈਂਡੀ। ਇਸ ਦਾ ਕਸੂਰਵਾਰ ਤਾਂ ਕਿਸਾਨ ਨੂੰ ਦੱਸਿਆ ਜਾਏਗਾ ਜੋ ਆਪਣੇ ਮੁਨਾਫੇ ਵੱਲ ਵੇਖ ਕੇ ਝੋਨੇ ਨੂੰ ਹੀ ਪਸੰਦ ਕਰਦਾ ਹੈ ਅਤੇ ਬਾਕੀ ਫਸਲਾਂ ਬੀਜਣ ਤੋਂ ਪਰਹੇਜ਼ ਕਰਦਾ ਹੈ ਡੈਂਡੀ। ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਕਿ ਕਿਸਾਨ ਨੂੰ ਵੱਖ ਵੱਖ ਸਬਜ਼ੀਆਂ ਫਲ ਉਗਾਉਣੀਆਂ ਚਾਹੀਦੀਆਂ ਹਨ ਅਤੇ ਖੇਤੀ ਵਿੱਚ ਵਿਭਿੰਨਤਾ ਲਿਆਉਣੀ ਚਾਹੀਦੀ ਹੈ ਡੈਂਡੀ। ਪਰ ਅਸਲ ਵਿੱਚ ਇਹ ਦਿੱਕਤ ਕਿਸਾਨ ਦੀ ਪੈਦਾ ਕੀਤੀ ਹੋਈ ਨਹੀਂ, ਇਹ ਸਿਆਸਤਦਾਨਾਂ ਦੀ ਪੈਦਾ ਕੀਤੀ ਹੋਈ ਹੈ ਜਿਨ੍ਹਾਂ ਨੇ ਗੰਦੀ ਸਿਆਸਤ ਖੇਡ ਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਖਾਤਰ ਕਿਸਾਨਾਂ ਨੂੰ ਮੁਫਤ ਬਿਜਲੀ ਦਾ ਨਸ਼ਾ ਲਗਾ ਦਿੱਤਾ ਡੈਂਡੀ। ਹਰੀ ਕ੍ਰਾਂਤੀ ਦੌਰਾਨ ਜਦ ਪੰਜਾਬ ਦੇ ਕਿਸਾਨ ਉੱਤੇ ਪੈਦਾਵਾਰ ਵਿੱਚ ਵਾਧੇ ਦੀ ਜ਼ਿੰਮੇਵਾਰੀ ਪਾਈ ਗਈ ਤਾਂ ਉਹ ਕੋਈ ਕਿਸਾਨਾਂ ਉੱਤੇ ਅਹਿਸਾਨ ਨਹੀਂ ਸੀ ਕੀਤਾ ਗਿਆ ਡੈਂਡੀ। ਉਹ ਤਾਂ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਅਤੇ ਤਾਕਤ ਉੱਤੇ ਵਿਸ਼ਵਾਸ ਸੀ ਜੋ ਪੰਜਾਬ ਦੇ ਕਿਸਾਨਾਂ ਨੇ ਪੂਰਾ ਵੀ ਕਰ ਵਿਖਾਇਆ ਡੈਂਡੀ। ਹੁਣ ਜਿਹੜਾ IT ਉਦਯੋਗ ਬੰਗਲੌਰ ਵਿੱਚ ਬਣਾਇਆ ਗਿਆ ਹੈ ਉਸ ਨਾਲ ਦੇਸ਼ ਵਿੱਚ ਨੌਕਰੀਆਂ 'ਤੇ ਪੈਸਾ ਆ ਰਿਹਾ ਹੈ ਡੈਂਡੀ। ਸਰਕਾਰ ਉਦਯੋਗਪਤੀਆਂ ਲਈ IT ਸਿਟੀ ਬਣਾਉਂਦੀ ਹੈ, ਉਹਨਾਂ ਨੂੰ ਸਹੂਲਤਾਂ ਦਿੰਦੀ ਹੈ। ਨਾ ਸਿਰਫ ਕਰਜ਼ਾ ਬਲਕਿ ਸੜਕਾਂ 'ਤੇ ਬੱਸਾਂ ਵੀ ਤਾਂ ਕਿ ਉਹਨਾਂ ਨੂੰ ਵਰਕਰਾਂ ਅਤੇ ਪੈਸੇ ਦੀ ਕਮੀ ਮਹਿਸੂਸ ਨਾ ਹੋਵੇ ਡੈਂਡੀ। ਬੰਗਲੁਰੂ ਅਤੇ ਹੈਦਰਾਬਾਦ ਵਿੱਚ ਨਵੇਂ ਸ਼ਹਿਰ ਉਸਾਰੇ ਗਏ ਤਾਂ ਕਿ IT ਉਦਯੋਗ ਤਰੱਕੀ ਕਰ ਸਕੇ ਡੈਂਡੀ। ਪਰ ਸਵਾਲ ਇਹ ਉੱਠਦਾ ਹੈ ਕਿ ਦੇਸ਼ ਦੇ ਕਿਸਾਨ ਲਈ ਕੀ ਕੀਤਾ ਗਿਆ ਪ੍ਰਸ਼ਨ ਚਿੰਨ੍ਹ। ਜਿਸ ਕਿਸਾਨ ਨੇ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਉਸ ਨੂੰ ਪੈਸਾ ਤਾਂ ਮਿਲਿਆ ਪਰ ਉਸ ਨੂੰ ਸਹੂਲਤਾਂ ਨਾ ਦਿੱਤੀਆਂ ਗਈਆਂ ਡੈਂਡੀ। ਹਰ ਸਾਲ ਪੰਜਾਬ ਵਿੱਚ ਚੂਹੇ ਵੱਡੀ ਗਿਣਤੀ ਵਿੱਚ ਗੋਦਾਮਾਂ ਵਿੱਚੋਂ ਅਨਾਜ ਚੱਟ ਕਰ ਜਾਂਦੇ ਹਨ ਡੈਂਡੀ। ਕਿਸਾਨ ਨੂੰ ਆਖਿਆ ਤਾਂ ਜਾਂਦਾ ਹੈ ਕਿ ਉਹ ਪਰਾਲੀ ਨਾ ਸਾੜੇ, ਸਬਜ਼ੀਆਂ ਉਗਾਏ, ਪਰ ਉਸ ਦੀ ਸਹੂਲਤ ਵਾਸਤੇ ਸੜਕਾਂ ਵੀ ਅਜੇ ਮੁਕੰਮਲ ਨਹੀਂ ਹੋਈਆਂ ਡੈਂਡੀ। ਜਿਹੜੀਆਂ ਸਰਕਾਰਾਂ ਅਨਾਜ ਨੂੰ ਚੂਹਿਆਂ ਤੋਂ ਨਹੀਂ ਬਚਾ ਪਾ ਰਹੀਆਂ ਉਹ ਕਿਸਾਨਾਂ ਨੂੰ ਸਬਜ਼ੀਆਂ ਉਗਾਉਣ ਵਿੱਚ ਕੀ ਮਦਦ ਕਰਨਗੀਆਂ ਪ੍ਰਸ਼ਨ ਚਿੰਨ੍ਹ। ਜਦ ਸਰਕਾਰ ਨੂੰ ਸਬਜ਼ੀਆਂ ਵਾਸਤੇ ਕੋਲਡ ਸਟੋਰੇਜ ਬਣਾਉਣ ਦਾ ਚੇਤਾ ਆਇਆ ਤਾਂ ਦੋ ਉਦਯੋਗਪਤੀਆਂ ਨੂੰ ਸਸਤੇ ਭਾਅ ਜ਼ਮੀਨ 'ਤੇ ਵੱਡੀ ਰਕਮ ਦੇਣ ਦਾ ਖਿਆਲ ਆਇਆ। ਪਰ ਜਿਹੜੇ ਕਿਸਾਨ ਨੇ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਉਸ ਦੀ ਕਿਸਮਤ ਵੀ ਉਦਯੋਗਪਤੀਆਂ ਨੂੰ ਵੇਚ ਦਿੱਤੀ ਗਈ ਡੈਂਡੀ। ਕਿਸਾਨ ਨੂੰ ਕਦੇ ਖੇਤੀਬਾੜੀ ਸੰਦ, ਕਦੇ ਬੀਜ ਵੇਚਣ ਦੀ ਮੰਡੀ ਬਣਾਇਆ ਗਿਆ ਪਰ ਉਸ ਨੂੰ ਸੁਰੱਖਿਅਤ ਰੱਖਣ ਦਾ ਢਾਂਚਾ ਸਰਕਾਰ ਨੇ ਬਣਾਇਆ ਹੀ ਨਾ, ਜਿਸ ਦਾ ਖਮਿਆਜ਼ਾ ਇਕੱਲਾ ਕਿਸਾਨ ਹੀ ਨਹੀਂ ਬਲਕਿ ਪੂਰਾ ਪੰਜਾਬ ਭੁਗਤ ਰਿਹਾ ਹੈ ਡੈਂਡੀ। ਕਿਸਾਨ ਦੀ ਵੋਟ ਬਟੋਰਨ ਲਈ ਪ੍ਰਕਾਸ਼ ਸਿੰਘ ਬਾਦਲ ਨੇ 1997 ਵਿੱਚ ਮੁਫਤ ਬਿਜਲੀ ਦਿੱਤੀ ਸੀ ਡੈਂਡੀ। ਉਸ ਸਮੇਂ ਖਜ਼ਾਨੇ ਉੱਤੇ 700 ਕਰੋੜ ਦਾ ਵਾਧੂ ਭਾਰ ਪੈਂਦਾ ਸੀ ਪਰ ਉਹਨਾਂ ਨੇ ਇਸ ਨੂੰ ਵੋਟ ਬੈਂਕ ਦੇ ਤੌਰ 'ਤੇ ਇਸਤੇਮਾਲ ਕੀਤਾ, ਨਾ ਕਿ ਕਿਸਾਨਾਂ ਦੀ ਮਦਦ ਲਈ ਡੈਂਡੀ। ਕਿਸਾਨਾਂ ਨੂੰ ਟਿਊਬਵੈੱਲ ਦੇ ਪਾਣੀ ਜਾਂ ਝੋਨੇ ਨਾਲ ਖਾਸ ਪਿਆਰ ਨਹੀਂ ਬਲਕਿ ਕਿਸਾਨ ਨੂੰ ਝੋਨੇ 'ਤੇ ਨਿਰਭਰ ਬਣਾ ਦਿੱਤਾ ਗਿਆ ਡੈਂਡੀ। ਲਿਖੋ।
MSP ਘੱਟ ਰੱਖੀ ਗਈ ਤੇ ਕਿਸਾਨ ਕਰਜ਼ੇ ਵਿੱਚ ਡੁੱਬਦਾ ਚਲਾ ਗਿਆ। ਡੰਡੀ। ਜੇਕਰ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇੱਥੇ ਪਾਣੀ ਦਾ ਪੱਧਰ ਖਤਰੇ ਵਿੱਚ ਨਹੀਂ। ਡੰਡੀ। ਇਸ ਦਾ ਕਾਰਨ ਇਹ ਹੈ ਕਿ ਇਹ ਹਲਕਾ 51% ਨਹਿਰੀ ਪਾਣੀ ਉੱਤੇ ਨਿਰਭਰ ਹੈ, ਜਿਸ ਕਾਰਨ ਇੱਥੇ ਕੋਈ ਸੰਕਟ ਨਹੀਂ। ਡੰਡੀ। ਕਿਸਾਨ ਉਹੀ ਹੈ, ਪਰ ਜੋ ਸਹੂਲਤ ਦਿੱਤੀ ਗਈ ਉਹ ਕੰਮ ਕਰ ਰਹੀ ਹੈ। ਡੰਡੀ। ਇਸ ਦਾ ਨੁਕਸਾਨ ਪੰਜਾਬ ਦੇ ਪਾਣੀ ਦੇ ਨਾਲ ਨਾਲ ਪੂਰੇ ਸੂਬੇ ਨੂੰ ਕਈ ਤਰ੍ਹਾਂ ਨਾਲ ਭੁਗਤਣਾ ਪੈ ਰਿਹਾ ਹੈ। ਡੰਡੀ। ਰਾਜ ਨੂੰ ਉਸ ਸਮੇਂ ਜੋ ਦੇਣਾ ਪੈਂਦਾ ਸੀ ਉਹ ਉਦੋਂ 700 ਕਰੋੜ ਸੀ, ਅੱਜ 10,000 ਕਰੋੜ ਦਾ ਖਰਚਾ ਬਣ ਗਿਆ ਹੈ। ਡੰਡੀ। ਜਿੰਨਾ ਪਾਣੀ ਹੇਠਾਂ ਜਾ ਰਿਹਾ ਹੈ ਓਨੀ ਉਸ ਵਿੱਚ ਮਿਲਾਵਟ ਵਧ ਰਹੀ ਹੈ, ਜਿਸ ਨਾਲ ਸੂਬੇ ਵਿੱਚ ਬਿਮਾਰੀਆਂ ਵੱਧ ਰਹੀਆਂ ਹਨ। ਡੰਡੀ। ਸੰਗਰੂਰ ਵਿੱਚ ਟਿਊਬਵੈੱਲ 'ਚੋਂ ਲਾਲ ਪਾਣੀ ਨਿਕਲ ਰਿਹਾ ਹੈ, ਜਿਸ ਕਾਰਨ ਪਿੰਡ ਵਾਲੇ ਤਾਂ ਬਿਮਾਰ ਹੋ ਹੀ ਰਹੇ ਹਨ, ਨਾਲ ਹੀ ਫਸਲਾਂ ਵਿੱਚ ਵੀ ਜ਼ਹਿਰ ਭਰ ਰਿਹਾ ਹੈ, ਜੋ ਸਾਡੇ ਸਾਰਿਆਂ ਨੂੰ ਬਿਮਾਰੀਆਂ ਦਾ ਸ਼ਿਕਾਰ ਫੈਲਾਉਣ ਦਾ ਕੰਮ ਕਰੇਗਾ। ਡੰਡੀ। ਸਿਆਸਤਦਾਨ ਹੁਣ ਮੁਫਤ ਬਿਜਲੀ ਦੇ ਫੈਸਲੇ ਨੂੰ ਬਦਲਣ ਦੀ ਹਿੰਮਤ ਨਹੀਂ ਕਰ ਸਕਦੇ, ਕਿਉਂਕਿ ਇਹ ਵੋਟ ਹਾਸਲ ਕਰਨ ਦਾ ਸੌਖਾ ਰਸਤਾ ਹੈ, ਪਰ ਅਸਲ ਵਿੱਚ ਇਸ ਰਾਹੀਂ ਵੀ ਗਰੀਬ ਛੋਟੇ ਕਿਸਾਨ ਨੂੰ ਮਦਦ ਨਹੀਂ ਮਿਲ ਰਹੀ, ਜਦ ਕਿ ਆਰਥਿਕਤਾ ਸਾਰੇ ਪੰਜਾਬ ਦੀ ਹੀ ਡਾਵਾਂਡੋਲ ਹੋ ਰਹੀ ਹੈ। ਡੰਡੀ। ਧਰਤੀ ਹੇਠੋਂ ਪਾਣੀ ਵੱਖ ਖਤਮ ਹੋ ਰਿਹਾ ਹੈ, ਜਿਸ ਦਾ ਨਤੀਜਾ 25 ਸਾਲ ਬਾਅਦ ਮੁਕੰਮਲ ਤਬਾਹੀ ਵਿੱਚ ਨਿਕਲੇਗਾ। ਡੰਡੀ। ਇਹ ਗੱਲ ਮਾਹਰ ਕਹਿ ਰਹੇ ਹਨ। ਡੰਡੀ। ਜੇਕਰ ਅਸੀਂ ਇਸੇ ਤਰ੍ਹਾਂ ਦੀ ਖੋਖਲੀ ਅਤੇ ਅੱਖਾਂ ਬੰਦ ਕਰਕੇ ਖੇਡੀ ਜਾ ਰਹੀ ਸਿਆਸੀ ਡਗਰ 'ਤੇ ਹੀ ਚੱਲਦੇ ਰਹੇ ਤਾਂ ਇਹ ਪੰਜਾਬ ਦੇ ਖਜ਼ਾਨੇ ਨੂੰ ਹੀ ਨਹੀਂ, ਕੁਦਰਤ ਵੱਲੋਂ ਪੰਜਾਬ ਨੂੰ ਬਖਸ਼ਿਸ਼ ਕੀਤੀ ਸੌਗਾਤ ਪੰਜ ਪਾਣੀ ਨੂੰ ਵੀ ਖਤਮ ਕਰ ਦੇਣਗੇ। ਡੰਡੀ। ਇਹ ਇਕੱਲੇ ਕਿਸਾਨ ਦਾ ਨਹੀਂ, ਬਲਕਿ ਸਾਰੇ ਪੰਜਾਬ ਦੇ ਭਵਿੱਖ ਦਾ ਸਵਾਲ ਹੈ। ਡੰਡੀ। ਪਹਿਰਾ। ਗੁਰਦਾਸਪੁਰ ਮੁਕੇਰੀਆਂ ਰੋਡ ਤੋਂ ਲਗਭਗ 7 ਕਿਲੋਮੀਟਰ ਦੂਰੀ 'ਤੇ ਚੜ੍ਹਦੇ ਵੱਲ ਪਿੰਡ ਬਹਾਦਰ ਦੇ ਬਾਹਰਵਾਰ ਬੇਟ ਦੇ ਖੇਤਾਂ ਵਿੱਚ ਸਥਿਤ ਹੈ ਗੁਰਦੁਆਰਾ ਮਾਤਾ ਸੁੰਦਰੀ ਜੀ। ਡੰਡੀ। ਇਸ ਪ੍ਰਸਿੱਧ ਇਤਿਹਾਸਕ ਗੁਰਦੁਆਰੇ ਦਾ ਜ਼ਿਕਰ ਜਿੱਥੇ ਇਤਿਹਾਸ ਵਿੱਚ ਅੰਕਿਤ ਹੋਇਆ ਹੈ, ਉੱਥੇ ਭਾਈ ਵੀਰ ਸਿੰਘ ਜੀ ਦੇ ਨਾਵਲ ਸੁੰਦਰੀ ਵਿੱਚ ਮਾਤਾ ਸੁੰਦਰੀ ਜੀ ਦੀ ਜੀਵਨ ਸ਼ੈਲੀ ਅਤੇ ਅੰਤਿਮ ਜ਼ਿੰਦਗੀ ਤੱਕ ਦਾ ਸੰਘਰਸ਼ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਡੰਡੀ। ਮਾਤਾ ਸੁੰਦਰੀ ਜੀ ਦੇ ਸੁਭਾਅ ਵਿਚਲੀ ਨਿਮਰਤਾ, ਦ੍ਰਿੜ ਇਰਾਦਾ, ਦ੍ਰਿੜ ਸੰਕਲਪ, ਸੇਵਾ ਭਾਵਨਾ, ਆਤਮ ਬਲ, ਕੁਰਬਾਨੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਡੰਡੀ। ਉਹਨਾਂ ਦੇ ਸੁਭਾਅ ਵਿੱਚ ਬਦਲਾਅ ਉਦੋਂ ਆਇਆ ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ। ਡੰਡੀ। ਜਿੱਥੇ ਮਾਤਾ ਸੁੰਦਰੀ ਦਾ ਗੁਰਦੁਆਰਾ ਹੈ, ਉੱਥੇ ਲਗਭਗ 17ਵੀਂ ਸਦੀ ਦੇ ਕਰੀਬ ਬਹੁਤ ਵੱਡਾ ਛੰਭ ਹੁੰਦਾ ਸੀ। ਡੰਡੀ। ਇਸ ਸਥਾਨ 'ਤੇ ਰਾਮ ਸਿੱਧ ਦੀ ਜਗ੍ਹਾ ਸੀ। ਡੰਡੀ। ਸੰਘਣੇ ਰੁੱਖਾਂ ਦਾ ਖਤਰਨਾਕ ਜੰਗਲ ਮੌਜੂਦ ਸੀ। ਡੰਡੀ। ਲੋਕ ਇੱਧਰ ਸ਼ਿਕਾਰ ਖੇਡਣ ਆਇਆ ਕਰਦੇ ਸਨ। ਡੰਡੀ। ਉਸ ਸਮੇਂ ਮੁਗਲਾਂ ਤੁਰਕਾਂ ਦੇ ਰਾਜ ਦਰਬਾਰ ਅਤੇ ਹਕੂਮਤ ਅਧੀਨ ਚੱਲ ਰਹੇ ਪ੍ਰਸ਼ਾਸਨ ਵਿੱਚ ਅਨੈਤਿਕ ਜਨੂੰਨ ਤੇ ਧਾਰਮਿਕ ਕੱਟੜਤਾ ਦਾ ਕਹਿਰ ਬੁਲੰਦੀਆਂ ਛੂਹ ਰਿਹਾ ਸੀ। ਡੰਡੀ।
ਵਿਰੋਧੀ ਧਰਮਾਂ ਨਾਲ ਜ਼ਬਰਦਸਤੀਆਂ, ਤਸ਼ੱਦਦ, ਮਨਮਾਨੀਆਂ ਅਤੇ ਜਨੂੰਨੀ ਅਨੈਤਿਕ ਹਰਕਤਾਂ ਆਮ ਕੀਤੀਆਂ ਜਾਂਦੀਆਂ ਸਨ। ਡੈਂਡੀ ਜ਼ਬਰਦਸਤੀ ਖੂਬਸੂਰਤ ਇਸਤਰੀਆਂ, ਲੜਕੀਆਂ ਨੂੰ ਚੁੱਕ ਕੇ ਲੈ ਜਾਣਾ, ਲੂ ਕੰਡੇ ਖੜ੍ਹੇ ਕਰ ਦੇਣ ਵਾਲੀਆਂ ਸਜ਼ਾਵਾਂ, ਸ਼ਰਮਨਾਕ ਹਰਕਤਾਂ ਅਤੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਡੈਂਡੀ ਉਸ ਸਮੇਂ ਦੇ ਜ਼ਾਲਮ ਹਾਕਮਾਂ ਅੱਗੇ ਕਿਸੇ ਦੀ ਕੀ ਜੁਰਤ ਸੀ ਕਿ ਚੂੰ ਵੀ ਕਰ ਸਕੇ। ਪ੍ਰਸ਼ਨ ਚਿੰਨ੍ਹ। ਵਿਰੋਧੀ ਧਰਮ ਦੀ ਬੇਇੱਜ਼ਤੀ ਕਰਨੀ, ਧਰਮਸ਼ਾਲਾਵਾਂ ਦੀ ਬੇਅਦਬੀ, ਪੋਥੀਆਂ ਸਾੜੀਆਂ ਜਾਣੀਆਂ ਆਦਿ ਬੁਰੇ ਕਰਮ ਕਰਨੇ ਹਾਕਮਾਂ ਦੀ ਫਿਤਰਤ ਵਿੱਚ ਸ਼ਾਮਲ ਸੀ। ਡੈਂਡੀ ਇਹਨਾਂ ਹਾਲਤਾਂ ਦਾ ਮੁਕਾਬਲਾ ਕਰਨ ਲਈ ਸਿੰਘਾਂ ਦੀ ਜੋਸ਼ਮਈ ਜੁਝਾਰੂ ਫੌਜ ਨੇ ਉਸ ਸਮੇਂ ਦੇ ਤੁਰਕ ਹਾਕਮਾਂ ਨਾਲ ਲੋਹਾ ਲਿਆ। ਡੈਂਡੀ ਮਾਤਾ ਸੁੰਦਰੀ ਜੀ ਦੇ ਜੀਵਨ ਬਾਰੇ ਭਾਈ ਵੀਰ ਸਿੰਘ ਜੀ ਦੇ ਨਾਵਲ ਸੁੰਦਰੀ ਵਿੱਚੋਂ ਲਏ ਗਏ ਕੁਝ ਅੰਸ਼ ਪਾਏ। ਡੈਂਡੀ ਉਸ ਸਮੇਂ ਦੇ ਇੱਕ ਧਨਾੜ ਹਿੰਦੂ ਸਾਮਾ ਦੀ ਧੀ, ਜਿਸ ਦਾ ਨਾਂ ਸੁਰਸਤੀ ਸੀ ਅਤੇ ਉਸ ਦਾ ਮੁਕਲਾਵਾ ਹੋਣ ਵਾਲਾ ਸੀ। ਡੈਂਡੀ ਸਰਸਤੀ ਦੀ ਉਸ ਸਮੇਂ ਉਮਰ ਲਗਭਗ 18 ਸਾਲ ਸੀ। ਡੈਂਡੀ ਸੁਰਸਤੀ ਅਤੇ ਸੁੰਦਰਤਾ ਦੀ ਮਿਹਰਬਾਨੀ ਸੀ। ਡੈਂਡੀ ਉਸ ਦੀ ਖੂਬਸੂਰਤੀ ਨੂੰ ਵੇਖਦੇ ਹੋਏ ਉਸ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਹਨ। ਡੈਂਡੀ ਸਾਮਾ ਨੇ ਆਪਣੀ ਧੀ ਨੂੰ ਛਡਾਉਣ ਲਈ ਕਈ ਹੀਲੇ ਵਸੀਲੇ ਕੀਤੇ। ਡੈਂਡੀ ਹਾਕਮਾਂ ਅੱਗੇ ਤਰਲੇ ਪਾਏ। ਡੈਂਡੀ ਸੋਨਾ ਚਾਂਦੀ ਅਤੇ ਧਨ ਦੌਲਤ ਦੇਣ ਲਈ ਕਿਹਾ, ਪਰ ਹਾਕਮ ਟਸ ਤੋਂ ਮਸ ਨਾ ਹੋਏ। ਡੈਂਡੀ ਆਖਰ ਬਲਵੰਤ ਸਿੰਘ ਨੇ ਉਹਨਾਂ ਨੂੰ ਛੁਡਾਉਣ ਦੀ ਯੋਜਨਾ ਬਣਾਈ। ਡੈਂਡੀ ਹਾਕਮਾਂ ਦੀ ਕੈਦ ਵਿੱਚ ਸੁਰਸਤੀ ਦਾ ਭਰਾ ਵੀ ਸੀ। ਡੈਂਡੀ ਉਹ ਦੁਆਬੇ ਵਿੱਚ ਕੈਦ ਸਨ ਅਤੇ ਲਗਭਗ 1 ਮਹੀਨਾ ਬੰਦ ਰਹੇ। ਡੈਂਡੀ ਆਖਰ ਸਰਦਾਰ ਸ਼ਾਮ ਸਿੰਘ ਅਤੇ ਬਲਵੰਤ ਸਿੰਘ ਦੀ ਅਗਵਾਈ ਹੇਠ ਸਿੰਘਾਂ ਦੀ ਲੜਾਈ ਹੋਈ ਅਤੇ ਸੁਰਸਤੀ ਅਤੇ ਉਸ ਦੇ ਭਰਾ ਨੂੰ ਛੁਡਾ ਲਿਆ। ਡੈਂਡੀ ਉਸ ਸਮੇਂ ਸਿੰਘਾਂ ਨੇ ਭੈਣ ਸੁਰਸਤੀ ਨੂੰ ਬੜਾ ਸਮਝਾਇਆ ਕਿ ਉਹ ਆਪਣੇ ਸਹੁਰਿਆਂ ਘਰ ਆਪਣੇ ਪਤੀ ਕੋਲ ਚਲੀ ਜਾਵੇ ਅਤੇ ਉਹ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਬਿਤਾਏ। ਡੈਂਡੀ ਪਰ ਸੁਰਸਤੀ ਨੇ ਆਪਣਾ ਮਨ ਬਣਾ ਲਿਆ ਕਿ ਜਿਨ੍ਹਾਂ ਵੀਰਾਂ ਨੇ ਸੀਸ ਤਲੀ 'ਤੇ ਰੱਖ ਕੇ ਮੇਰੀ ਜਾਨ ਬਚਾਈ ਹੈ, ਰਹਿੰਦੀ ਜ਼ਿੰਦਗੀ ਉਹਨਾਂ ਦੀ ਸੇਵਾ ਵਿੱਚ ਗੁਜ਼ਾਰਨ ਦਾ ਪ੍ਰਣ ਲੈ ਲਿਆ। ਡੈਂਡੀ ਬੜਾ ਸਮਝਾਉਣ ਦੇ ਬਾਵਜੂਦ ਵੀ ਉਹ ਨਾ ਮੰਨੀ ਅਤੇ ਆਖਰ ਸਰਦਾਰ ਸ਼ਾਮ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਸੁਰਸਤੀ ਦਾ ਨਾਂ ਸੁੰਦਰ ਕੌਰ ਰੱਖਿਆ, ਜੋ ਸੁੰਦਰੀ ਹੋ ਕੇ ਪ੍ਰਸਿੱਧ ਹੋਇਆ, ਜਦ ਕਿ ਹਿੰਦੂ ਮਾਂ ਬਾਪ ਦੀ ਧੀ ਸੀ ਸੁਰਸਤੀ। ਡੈਂਡੀ ਹੁਣ ਭੈਣ ਸੁੰਦਰੀ ਲੰਗਰ ਦੀ ਸੇਵਾ ਕਰਦੀ। ਡੈਂਡੀ ਭਜਨ ਬਾਣੀ ਨਿਤਨੇਮ ਉਸ ਦੇ ਜੀਵਨ ਦਾ ਅੰਗ ਬਣ ਗਏ। ਡੈਂਡੀ ਭਰਾਵਾਂ ਦੀ ਸੇਵਾ ਵਿੱਚ ਮਗਨ ਹੋ ਗਈ। ਡੈਂਡੀ ਉਹ ਲੰਗਰ ਆਦਿ ਸਾਮਾਨ ਖਰੀਦਣ ਲਈ ਨੇੜੇ ਦੇ ਪਿੰਡਾਂ ਵਿੱਚ ਵੀ ਚਲੀ ਜਾਂਦੀ। ਡੈਂਡੀ ਅਣਥੱਕ ਮਿਹਨਤ ਦਿਲੋਂ ਕਰਦੀ। ਡੈਂਡੀ
ਸੇਵਾ ਭਾਵ ਅਤੇ ਗੁਰਬਾਣੀ ਦੀ ਸ਼ਰਧਾ ਉਸ ਦੇ ਤਨ ਮਨ ਅਤੇ ਰੂਹ ਨਾਲ ਇੱਕਮਿਕ ਹੋ ਗਈ ਸੀ। ਡੈਂਡੀ ਉਸ ਸਮੇਂ ਦੇ ਹਾਕਮ ਲਖਪਤ ਰਾਏ ਨੇ ਡਾਢਾ ਹਨੇਰ ਚੁੱਕਿਆ ਹੋਇਆ ਸੀ। ਡੈਂਡੀ ਲਖਪਤ ਰਾਏ ਦਾ ਛੋਟਾ ਭਰਾ ਇਸ ਇਲਾਕੇ ਦਾ ਹਾਕਮ ਸੀ, ਜਿਸ ਦਾ ਨਾਂ ਸੀ ਜਸਪਤ ਰਾਏ। ਡੈਂਡੀ ਸਿੰਘਾਂ ਨੇ ਇੱਕ ਵੱਡੀ ਲੜਾਈ ਦੌਰਾਨ ਜਸਪਤ ਰਾਏ ਨੂੰ ਮਾਰ ਦਿੱਤਾ। ਡੈਂਡੀ ਭਰਾ ਦਾ ਬਦਲਾ ਲੈਣ ਲਈ ਲਖਪਤ ਰਾਏ ਨੇ ਇਸ ਛੰਬ ਦੇ ਜੰਗਲਮਈ ਇਲਾਕੇ ਵਿੱਚ ਖਾਲਸੇ ਦੇ ਹੋਲਮਈ ਕਿਲ੍ਹੇ ਨੂੰ ਘੇਰਾ ਪਾ ਲਿਆ। ਡੈਂਡੀ ਇਸ ਦੌਰਾਨ ਭੈਣ ਸੁੰਦਰੀ ਜ਼ਖਮੀ ਸਿੰਘਾਂ ਦੀ ਸੇਵਾ ਕਰਦੀ ਅਤੇ ਹੋਰ ਸਾਰੇ ਕਾਰਜ ਸੰਭਾਲਦੀ। ਡੈਂਡੀ ਸਿੰਘ ਦੁਸ਼ਮਣ 'ਤੇ ਹਮਲਾ ਕਰਕੇ ਕਾਹਨੂੰਵਾਨ ਦੇ ਸੰਘਣੇ ਛੰਬ ਵਿੱਚ ਲੁਕ ਜਾਂਦੇ। ਡੈਂਡੀ ਲਖਪਤ ਰਾਏ ਨੇ ਜੰਗਲ ਨੂੰ ਚਾਰੇ ਪਾਸਿਓਂ ਘੇਰ ਕੇ ਅੱਗ ਲਾ ਦਿੱਤੀ। ਡੈਂਡੀ ਉਸ ਕੋਲ ਲਗਭਗ 1 ਲੱਖ ਪੈਦਲ ਫੌਜ ਅਤੇ ਤੋਪਖਾਨਾ ਸੀ। ਡੈਂਡੀ ਇਸ ਭਿਆਨਕ ਯੁੱਧ ਵਿੱਚ ਲਗਭਗ 20,000 ਸਿੰਘ ਸ਼ਹੀਦ ਹੋਏ। ਡੈਂਡੀ ਸਿੰਘਾਂ ਦੇ ਸ਼ਹੀਦ ਹੋਣ ਦੀ ਗਿਣਤੀ ਅੰਦਾਜ਼ਨ ਹੀ ਮਿਲਦੀ ਹੈ। ਡੈਂਡੀ ਇਸੇ ਦੌਰਾਨ ਹੀ ਬੀਬੀ ਸੁੰਦਰੀ ਵੀ ਜ਼ਖਮੀ ਹੋ ਜਾਂਦੀ ਹੈ। ਡੈਂਡੀ ਉਸ ਨੇ ਕਈ ਮੁਗਲਾਂ ਦੇ ਦੰਦ ਖੱਟੇ ਕੀਤੇ। ਡੈਂਡੀ ਬਿਜਲਾ ਸਿੰਘ ਤੇ ਮਾਤਾ ਧਰਮ ਕੌਰ ਨੇ ਜ਼ਖਮੀ ਸੁੰਦਰੀ ਜੀ ਦੀ ਕਾਫੀ ਸੇਵਾ ਕੀਤੀ, ਪਰ ਮਾਤਾ ਸੁੰਦਰੀ ਜੀ ਦੇ ਜਿਸਮ ਤੇ ਜ਼ਖਮ ਗਹਿਰੇ ਸਨ। ਡੈਂਡੀ ਉਸ ਸਮੇਂ ਦੇ ਮਹਾਨ ਆਗੂ ਸਿੰਘ ਸਰਵ ਸ਼੍ਰੀ ਸਰਦਾਰਾ ਕਰੋੜਾ ਸਿੰਘ ਜੀ, ਹਰੀ ਸਿੰਘ, ਬਾਬਾ ਦੀਪ ਸਿੰਘ ਜੀ, ਨਵਾਬ ਕਪੂਰ ਸਿੰਘ, ਮੁਖਾ ਸਿੰਘ ਜੀ,